ਆਦ ਕੀਆਂ ਕਥਾ ਕਹਾਣੀਆਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਕਾਬਲੇ ਅਦਬ ਪਰਮ ਸਨਮਾਨਯੋਗ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਸਦਕਾ ਜੋ ਆਪਾਂ ਪਾਵਨ ਗੁਰਬਾਣੀ ਔਰ ਪਾਵਨ ਇਤਿਹਾਸ ਦੀ ਸਾਂਝ ਪਾਉਂਦੇ ਹਾਂ, ਅੱਜ ਉਸ ਮਹਾਨ ਸ਼ਖਸੀਅਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤਿੰਨਾਂ ਦੇ ਅੰਤਮ ਸਮੇਂ ਜਦੋਂ ਉਹਨਾਂ ਨੇ ਆਪਣਾ ਸਰੀਰਕ ਚੋਲਾ ਤਿਆਗਿਆ, ਉਸ ਇਤਿਹਾਸ ਦੀ ਲੜੀ ਨੂੰ ਆਪਾਂ ਸਾਂਝਾ ਕਰਾਂਗੇ। ਤੋ ਕਰੋ ਕਿਰਪਾ, ਬਖਸ਼ੋ ਅਸੀਸ। ਐਸੀ ਮਹਾਨ ਜੀਵਨ ਦੀ ਬਾਤ ਪਾਉਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਜਿਨ੍ਹਾਂ ਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਉਹਨਾਂ ਦੇ ਜੀਵਨ ਦੇ ਦਰਸ਼ਨ ਕਰਦੇ ਹਾਂ, ਤਾਂ ਉਹ ਐਸੀ ਪਵਿੱਤਰ ਮਹਾਨ ਆਤਮਾ, ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਬਚਨ ਲਿਖਿਆ ਤਾਂ ਉਹ ਲਿਖਦੇ ਨੇ ਕਿ ਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੈ। ਭਾਈ ਸਾਹਿਬ ਭਾਈ ਅਜਿੱਤੇ ਰੰਧਾਵੇ ਦਾ, ਜੋ ਬੜਾ ਆਤਮ ਗਿਆਨੀ ਸਿੱਖ ਹੋਇਆ ਮਹਾਰਾਜ ਜੀ ਦਾ, ਜਿਨ੍ਹਾਂ ਦੇ ਕੋਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਹੁਰੇ ਸਾਹਿਬ ਭਾਈ ਮੂਲ ਚੰਦ ਖੱਤਰੀ ਉਹਨਾਂ ਦੇ ਪਟਵਾਰੀ ਸਨ, ਅਤੇ ਉੱਥੇ ਨਾਲ ਬਾਬਾ ਬੁੱਢਾ ਜੀ ਹੁਣਾਂ ਦਾ ਜ਼ਿਕਰ ਕੀਤਾ। ਅਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵੈ। ਕਹਿੰਦੇ ਜੋ ਬਾਬਾ ਬੁੱਢਾ ਜੀ ਇੱਕ ਮਨ ਧਿਆਉਣ ਵਾਲੇ, ਜਿਨ੍ਹਾਂ ਇੱਕ ਚਿੱਤ ਦੀ, ਜਿਨ੍ਹਾਂ ਦੀ ਬਿਰਤੀ ਹੈ। ਤੋ ਜਦੋਂ ਅਸੀਂ ਬਾਬਾ ਬੁੱਢਾ ਜੀ ਹੁਣਾਂ ਦੇ ਜੀਵਨ ਦੇ ਬਾਬਤ ਦੇਖਦੇ ਹਾਂ, 1506 ਦਾ ਉਹਨਾਂ ਦਾ ਜਨਮ ਆ, ਅਤੇ 1631 ਵਿੱਚ ਜਾ ਕੇ ਉਹ ਆਪਣਾ ਸਰੀਰਕ ਚੋਲਾ ਤਿਆਗਦੇ ਆ। ਇਹ 125 ਸਾਲ ਦਾ ਸਮਾਂ ਆ, 1506 ਤੋਂ ਲੈ ਕੇ 1631 ਈਸਵੀ ਸਨ। ਤੋ ਇਹ ਜਿਹੜਾ 125 ਸਾਲ 125 ਸਾਲ ਦਾ ਸਮਾਂ, ਉਹਦੇ ਵਿੱਚੋਂ ਉਹ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲਦੇ ਆ, ਉਦੋਂ ਉਹਨਾਂ ਦੀ ਆਰਬਲਾ 12 ਸਾਲ ਦੀ ਸੀ। 1506 ਦਾ ਜਨਮ ਹੈ ਅਤੇ 1518 ਵਿੱਚ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਹੁਣਾਂ ਨੇ ਕੀਤਾ। ਤੋ ਇਹ 125 ਸਾਲ ਦੇ ਵਿੱਚੋਂ 113 ਸਾਲ ਬਣ ਜਾਂਦੇ ਆ, ਜਿਹੜੇ ਉਹਨਾਂ ਨੇ ਗੁਰੂ ਕੀ ਛਤਰ ਛਾਇਆ, ਗੁਰੂ ਕੀ ਮੇਰਾਮਤ ਰਹਿਮਤ ਦੇ ਵਿੱਚ ਉਹਨਾਂ ਨੇ ਬਤੀਤ ਕੀਤੇ, ਔਰ ਕੈਸੀਆਂ ਕੈਸੀਆਂ ਅਸੀਸਾਂ ਲਈਆਂ, ਅਤੇ ਗੁਰੂ ਸਾਹਿਬ ਜੀ ਹੁਣਾਂ ਨੇ ਕੈਸਾ ਕੈਸਾ ਮਾਣ, ਕੈਸੀ ਵਡਿਆਈ, ਕਿਹੋ ਜਿਹਾ ਉਹਨਾਂ ਨੂੰ ਨਾਮਣਾ ਜਿਹੜਾ ਉਹ ਬਖਸ਼ਿਸ਼ ਕੀਤਾ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰਹਿੰਦਿਆਂ ਉਹਨਾਂ ਨੇ ਘਾਲਣਾ ਕਮਾਈ ਕੀਤੀ, ਸੇਵਾ ਕੀਤੀ, ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਹੁਣਾਂ ਦੇ ਲਈ ਜਿਹੜਾ ਸ਼ਬਦ ਵਰਤਿਆ ਕਿ ਬੁੱਢਿਆ ਤੇਰੇ ਤੋਂ ਕਦੇ ਓਹਲੇ ਨਾ ਹੋਸਾਂ, ਇਹ ਸ਼ਬਦ ਵਰਤੇ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਹੁਣਾਂ ਲਈ, ਕਿ ਭਾਵ ਅਸੀਂ ਕਿਸੇ ਵੀ ਜਾਮੇ ਵਿੱਚ ਹੋਈਏ, ਕਿਤੇ ਵੀ ਹੋਈਏ, ਲੇਕਿਨ ਤੂੰ ਸਾਨੂੰ ਲੱਭੇਂਗਾ, ਤੇਰੇ ਤੋਂ ਅਸੀਂ ਆਪਣਾ ਆਪਾ ਛੁਪਾ ਨਹੀਂ ਸਕਦੇ।
ਤੋ ਏਡੀਆਂ ਬਖਸ਼ਿਸ਼ਾਂ, ਏਡੀਆਂ ਮੇਰਾਮਤਾਂ ਬਾਬਾ ਬੁੱਢਾ ਜੀ ਹੋਣਾ ਨੇ ਸਤਿਗੁਰਾਂ ਦੇ ਦਰ ਤੋਂ ਪ੍ਰਾਪਤ ਕੀਤੀਆਂ। ਔਰ ਜਿਸ ਵੇਲੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਉਹ ਤਖਤ ਦੇ ਮਾਲਕ ਬਣੇ ਆ, ਉਹਨਾਂ ਨੇ ਤਖਤ ਤੇ ਬਿਰਾਜਮਾਨ ਹੋਣਾ ਕੀਤਾ, ਤੋ ਬਾਬਾ ਬੁੱਢਾ ਜੀ ਹੋਣੀ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੇਵਾ ਤੋਂ ਬਾਅਦ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਹੁੰਦੇ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਆਏ ਤੇ ਮਾਤਾ ਵਿਰਾਈ ਉਹਨਾਂ ਦੇ ਘਰ ਇੱਕ ਕਮਰੇ ਦੇ ਵਿੱਚ ਬੈਠ ਗਏ ਤੇ ਆਖ ਦਿੱਤਾ ਵੀ ਕੋਈ ਆਵੇ ਤੇ ਸਾਡੇ ਬਾਰੇ ਮਾਤਾ ਦੱਸਣਾ ਨਹੀਂ। ਤੋ ਸੰਗਤਾਂ ਬੇਬਲ ਹੋਈਆਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਰੀਰਕ ਚੋਲਾ ਤਿਆਗਿਆ, ਜੋਤੀ ਜੋਤ ਸਮਾਏ, ਤਾਂ ਮਹਾਰਾਜ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਭਾਲ ਕਰਨ ਲੱਗੇ। ਜਿਹੜੇ ਗੁਰਸਿੱਖਾਂ ਦੀ ਭਾਵਨਾ ਸੀ ਨਿਤਾ ਪ੍ਰਤੀ ਦਰਸ਼ਨ ਕਰਦੇ, ਉਹ ਹੁਣ ਜਦੋਂ ਬੇਬਲ ਹੋਏ ਆ ਤਾਂ ਬੇਬਲ ਹੋ ਕੇ ਉਹਨਾਂ ਨੇ ਫਿਰ ਵੇਖਿਆ ਵੀ ਜਦੋਂ ਮਹਾਰਾਜ ਜੀ ਦਾ ਕਿਤੇ ਪਤਾ ਨਹੀਂ ਲੱਭਦਾ, ਸਾਰਿਆਂ ਦਾ ਧਿਆਨ ਬਾਬਾ ਬੁੱਢਾ ਜੀ ਹੋਣਾ ਵੱਲ ਗਿਆ। ਉਹਨਾਂ ਆਖਿਆ ਕਿ ਉਹਨਾਂ ਨੂੰ ਬੇਨਤੀ ਕਰੋ। ਉਹਨਾਂ ਨੂੰ ਮਹਾਰਾਜ ਨੇ ਬਚਨ ਕਹੇ ਨੇ ਕਿ ਮੈਂ ਤੁਹਾਡੇ ਤੋਂ ਕਦੇ ਆਪਣਾ ਆਪਾ ਨਹੀਂ ਛੁਪਾ ਸਕਦਾ। ਜਦੋਂ ਸੰਗਤ ਗੁਰੂ ਕੇ ਪਿਆਰੇ ਮਿਲ ਕੇ ਬਾਬਾ ਬੁੱਢਾ ਜੀ ਹੋਣਾ ਨੂੰ ਕਹਿੰਦੇ, ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ ਕਿ ਸੰਗਤ ਦਾ ਹੁਕਮ ਮੈਂ ਕਦੇ ਮੋੜ ਨਹੀਂ ਸਕਦਾ। ਤੁਰੇ ਨੇ ਅੱਗੇ ਲੱਗ ਕੇ, ਤੇ ਜਿਵੇਂ ਭੰਵਰੇ ਨੂੰ ਖੁਸ਼ਬੂ ਆਉਂਦੀ ਆ ਨਾ, ਫੁੱਲ ਕਿਤੇ ਵੀ ਖਿੜਿਆ ਹੋਵੇ, ਫੁੱਲ ਵੀ ਸੱਚਾ ਹੋਵੇ, ਨਕਲੀ ਨਾ ਹੋਵੇ, ਕਾਗਜ਼ ਦੇ ਫੁੱਲ ਤੇ ਨਹੀਂ ਭੰਵਰਾ ਹੁੰਦਾ, ਤੇ ਭੰਵਰੇ ਦੇ ਅੰਦਰ ਵੀ ਉਹ ਜਾਓ ਅਸਲ ਵਿੱਚ ਭੰਵਰਾ ਹੋਵੇ। ਤਾਂ ਹੀ ਤਾਂ ਮਹਾਰਾਜ ਨੇ ਗੁਰਬਾਣੀ ਵਿੱਚ ਉਦਾਹਰਨ ਦਿੱਤੀ ਹੈ, ਭੰਵਰ ਤੁਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਕੌਲਾ, ਨਾਨਕ ਦਾਸੁਨ ਸੰਗ ਲਪਟਾਇਓ ਜੰਬੂੰਦੈ ਚਾਤਰਿਕ ਮੌਲਾ। ਤਾਂ ਉਹ ਹੁਣ ਜਦੋਂ ਆਏ ਆ ਮਾਤਾ ਵਿਰਾਈ ਦੇ ਘਰ ਪਹੁੰਚ ਗਏ, ਨਾਲ ਸੰਗਤ ਵੀ ਹੈ। ਮਾਤਾ ਵਿਰਾਈ ਜੀ ਹੋਣਾ ਨੂੰ ਪੁੱਛਿਆ ਵੀ ਮਾਤਾ ਜੀ ਇੱਥੇ ਗੁਰੂ ਅੰਗਦ ਦੇਵ ਪਾਤਸ਼ਾਹ ਆਏ ਨੇ, ਤੇ ਮਾਤਾ ਜੀ ਹੋਣੀ ਹੁਣ ਇੱਕ ਪਾਸੇ ਗੁਰੂ ਦਾਤੇ ਨੇ ਆਖਿਆ ਵੀ ਸਾਡੇ ਬਾਰੇ ਦੱਸਣਾ ਨਹੀਂ, ਉਧਰੋਂ ਵੀ ਬਚਨ ਪਗਾਉਣਾ ਹੈ, ਪਰ ਦੂਸਰੇ ਪਾਸੇ ਪੁੱਛਣ ਵਾਲੇ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ, ਉਹਨਾਂ ਨੂੰ ਵੀ ਝੂਠ ਨਹੀਂ ਬੋਲਿਆ ਜਾ ਸਕਦਾ। ਮਾਤਾ ਦੁਚਿੱਤੀ ਦੇ ਵਿੱਚ ਆ। ਹੁਣ ਇੱਥੇ ਉਹਨੇ ਆਖਿਆ ਜੇ ਇੱਕ ਪਾਸਿਓਂ ਬੋਲੀ ਤਾਂ ਦੂਸਰਾ ਪਾਸਾ ਹਾਰਾਂਗੀ, ਉਹਨੇ ਫਿਰ ਚੁੱਪ ਰਹਿਣਾ ਹੀ ਗਨੀਮਤ ਸਮਝਿਆ। ਮਾਤਾ ਜੀ ਕੁਝ ਬੋਲੇ ਨਹੀਂ। ਤੋ ਬਾਬਾ ਬੁੱਢਾ ਜੀ ਹੋਣੀ ਸੰਗਤ ਨੂੰ ਕਹਿੰਦੇ ਭਾਈ ਇੱਥੇ ਹੀ ਬੈਠ ਜਾਓ। ਬੈਠ ਕੇ ਉਹਨਾਂ ਨੇ ਆਖਿਆ ਗੁਰਬਾਣੀ ਦਾ ਜਾਪ ਕਰੋ। ਬੜੇ ਵਜਦ ਵਿੱਚ, ਬੜੇ ਪ੍ਰੇਮ ਵਿੱਚ ਆ ਕੇ ਗੁਰੂ ਕੇ ਸ਼ਬਦ ਪੜ੍ਹਨੇ ਸ਼ੁਰੂ ਕੀਤੇ, ਗੁਰੂ ਨਾਨਕ ਸਾਹਿਬ ਦੀ ਬਾਣੀ। ਤੇ ਕੁਝ ਚਿਰ ਬਾਅਦ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਆਪੇ ਹੀ ਕੁੰਡਾ ਖੋਲ੍ਹ ਕੇ ਬਾਹਰ ਆ ਗਏ। ਜਦੋਂ ਬਾਹਰ ਆਏ ਤਾਂ ਉਸ ਵਕਤ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਆ ਕੇ ਕਹਿੰਦੇ ਭਾਈ ਸਾਡਾ ਕੁੰਡਾ ਕਿਸ ਖੜਕਾਇਆ, ਬੂਹਾ ਕਿਸ ਖੜਕਾਇਆ, ਦਰਵਾਜ਼ਾ ਕਿਸ ਨੇ ਨੋਕ ਕੀਤਾ? ਤੇ ਬਾਬਾ ਬੁੱਢਾ ਜੀ ਕਹਿੰਦੇ ਜੀ ਅਸੀਂ ਤਾਂ ਨਹੀਂ ਖੜਕਾਇਆ। ਮਹਾਰਾਜ ਮੁਸਕਰਾਏ ਤੇ ਘੁੱਟ ਕੇ ਬਾਬਾ ਬੁੱਢਾ ਜੀ ਹੋਣਾ ਨੂੰ ਗਲ ਨਾਲ ਲਾ ਕੇ ਆਖਿਆ, ਬਾਬਾ ਬੁੱਢਾ ਜੀ ਸੰਸਾਰ ਬਾਹਰਲੇ ਦਰਵਾਜ਼ੇ ਖੜਕਾਉਂਦਾ ਹੈ ਤੇ ਬਾਹਰਲੇ ਦਰਵਾਜ਼ੇ ਖੁਲਵਾਉਂਦਾ ਹੈ, ਉਹਨੂੰ ਬਾਹਰਲਾ ਦਰਵਾਜ਼ੇ ਖੜਕਾਉਣਾ ਆਉਂਦਾ ਹੈ, ਨੋਕ ਕਰਨਾ ਆਉਂਦਾ ਹੈ। ਲੇਕਿਨ ਤੁਹਾਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਅੰਦਰ ਦੇ ਦਰਵਾਜ਼ੇ ਖੁਲਾਉਣ ਦਾ, ਖੜਕਾਉਣ ਦਾ ਵੱਲ ਤਰੀਕਾ ਦੱਸ ਗਏ। ਇਸੇ ਕਰਕੇ ਇਹ ਦਾਤ ਕੇਵਲ ਤੇ ਕੇਵਲ ਤੁਹਾਡੇ ਪਾਸ ਹੈ। ਤਾਂ ਉਹ ਸ਼ਬਦ ਹੈ ਗੁਰੂ ਦਾ, ਜਦੋਂ ਸੁਰਤ ਉਹਦੇ ਨਾਲ ਜੁੜਦੀ ਆ ਤਾਂ ਫਿਰ ਸੱਚੇ ਦੇ ਦਰ ਤੇ ਉਹ ਦਸਤਕ ਸੁਣਾਈ ਦਿੰਦੀ ਹੈ। ਇੱਥੇ ਵੀ ਸੰਗਤ ਦੇ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ ਪ੍ਰਗਟ ਕਰਦੇ। ਸੇਵਾ ਕਮਾਈ ਮਹਾਰਾਜ ਦੇ ਚਰਨਾਂ ਵਿੱਚ। ਤੀਸਰੇ ਗੁਰਦੇਵ ਜੀ ਦਾ ਸਮਾਂ ਆਇਆ। ਉਸ ਵੇਲੇ ਵੀ ਜਦੋਂ ਮਹਾਰਾਜ ਗੋਇੰਦਵਾਲ ਸਾਹਿਬ ਛੱਡ ਕੇ ਆਪਣੇ ਨਗਰ ਬਾਸਰ ਕੇ ਸੰਨ ਸਾਹਿਬ ਵਾਲੇ ਸਥਾਨ ਤੇ ਚਲੇ ਗਏ, ਉਦਣ ਵੀ ਸੰਗਤ ਬੇਬਲ ਹੋਈ ਤੇ ਧਿਆਨ ਬਾਬਾ ਬੁੱਢਾ ਜੀ ਹੁਣਾਂ ਵੱਲ ਗਿਆ। ਤੁਰੇ ਨੇ ਅੱਗੇ ਘੋੜੀ ਮਹਾਰਾਜ ਜੀ ਦੀ ਲਾਈ, ਮਗਰ ਮਗਰ ਚੱਲ ਕੇ ਉਸ ਸਥਾਨ ਤੇ ਬੈਠੇ ਤੇ ਲਿਖਿਆ ਜਿਹੜਾ ਦਰਵਾਜ਼ਾ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ।
ਤੇ ਸੰਨ ਲਾ ਕੇ ਪਾੜ ਲਾ ਕੇ ਮਗਰੋਂ ਦੀ ਬਾਬਾ ਬੁੱਢਾ ਜੀ ਅੰਦਰ ਚਲੇ ਗਏ। ਮੱਥਾ ਟੇਕਿਆ ਤੇ ਆਖਿਆ, ਜਦੋਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭਾਈ ਤੁਸੀਂ ਬਾਹਰ ਲਿਖਿਆ ਪੜ੍ਹਿਆ ਨਹੀਂ? ਕਹਿੰਦੇ ਜੀ ਪੜ੍ਹਿਆ। ਫਿਰ ਕਿਉਂ ਆਏ, ਹੁਕਮ ਦੀ ਉਲੰਘਣਾ? ਮਹਾਰਾਜ ਮੈਂ ਦਰਵਾਜ਼ੇ ਥਾਣੀ ਨਹੀਂ ਆਇਆ, ਮੈਂ ਪਿਛਲੇ ਪਾਸਿਓਂ ਆਇਆ। ਗੁਰੂ ਅਮਰਦਾਸ ਮਹਾਰਾਜ ਬੜੇ ਖੁਸ਼ ਹੋਏ ਕਿ ਇਹ ਜੁਗਤਾਂ, ਇਹ ਦਾਤਾਂ, ਇਹ ਰਹਿਮਤਾਂ ਇਹ ਤੁਹਾਨੂੰ ਗੁਰੂ ਦੇ ਦਰ ਤੋਂ ਪ੍ਰਾਪਤ ਹੋਈਆਂ ਨੇ। ਉੱਥੇ ਵੀ ਸੰਗਤ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ। ਸਮਾਂ ਆਪਣੀ ਚਾਲੇ ਚੱਲਿਆ ਤੇ ਗੁਰੂ ਰਾਮਦਾਸ ਮਹਾਰਾਜ ਤਖਤ ਤੇ ਬਿਰਾਜਮਾਨ ਹੁੰਦੇ ਆ। ਮਰਿਆਦਾ ਬਾਬਾ ਬੁੱਢਾ ਜੀ ਨਿਭਾਉਂਦੇ ਆ। ਗੁਰਸਿੱਖਾਂ ਵਿੱਚੋਂ ਸਭ ਨਾਲੋਂ ਪਹਿਲਾ ਮਸਤਕ ਜਿਹੜਾ ਸੀ ਗੁਰੂ ਸਾਹਿਬ ਤੋਂ ਬਾਅਦ ਜੇ ਗੁਰੂ ਚਰਨਾਂ ਤੇ ਰੱਖਿਆ ਜਾਂਦਾ ਤੇ ਉਹ ਬਾਬਾ ਬੁੱਢਾ ਜੀ ਹੋਣਾ ਦਾ। ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਗੁਰੂ ਚਰਨਾਂ ਵਿੱਚ ਸੇਵਾ, ਚਾਹੇ ਉਹ ਟੋਕਰੀ ਢੋਣ ਦੀ ਹੋਵੇ, ਹਰ ਕਾਰਜ। ਤੀਸਰੇ ਗੁਰਦੇਵ ਦੇ ਸਮੇਂ ਬੌਲੀ ਸਾਹਿਬ ਦੀ ਸੇਵਾ, ਚੌਥੇ ਪਾਤਸ਼ਾਹ ਮਹਾਰਾਜ ਦੇ ਸਮੇਂ ਸੇਵਾ ਕੀਤੀ ਤੇ ਹੁਣ ਸਮਾਂ ਆਇਆ ਪੰਜਵੇਂ ਗੁਰਦੇਵ ਜੀ ਦਾ। ਮਹਾਰਾਜ ਤਖਤ ਤੇ ਬੈਠੇ ਤੇ ਉਸ ਵਕਤ ਜੇ ਪ੍ਰਿਥੀ ਚੰਦ ਨੇ ਰੌਲਾ ਵੀ ਪਾਇਆ, ਧੱਕੇ ਨਾਲ ਦਸਤਾਰ ਖੋਹਣ ਦਾ ਯਤਨ ਕੀਤਾ ਤੇ ਬਾਬਾ ਬੁੱਢਾ ਜੀ ਨੇ ਇੱਕ ਬਚਨ ਕਹਿ ਦਿੱਤਾ, ਪ੍ਰਿਥੀ ਚੰਦ, ਦਸਤਾਰਾਂ ਨਾਲ ਰਹਿਮਤ ਨਹੀਂ ਪ੍ਰਾਪਤ ਹੁੰਦੀ। ਦਸਤਾਰ ਲੈ ਲੈਂਗਾ ਲੇਕਿਨ ਜੋਤ ਤਾਂ ਉੱਥੇ ਹੀ ਹੈ। ਤੋ ਪੰਜਵੇਂ ਗੁਰਦੇਵ ਜੀ ਦੇ ਸਮੇਂ ਫਿਰ ਬਾਬਾ ਬੁੱਢਾ ਜੀ ਹੋਣਾ ਨੇ, ਜਿੱਥੇ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਜਦੋਂ ਕਾਰ ਚੱਲੀ, ਪੁਟਾਈ ਖੁਦਾਈ ਸ਼ੁਰੂ ਹੋਈ ਤੇ ਆਪਾਂ ਪਰਿਕਰਮਾ ਦੇ ਵਿੱਚ ਬਾਬਾ ਬੁੱਢਾ ਜੀ ਹੋਣਾ ਦੀ ਉਹ ਬੇਰ ਦੇ ਦਰਸ਼ਨ ਕਰਦੇ ਹਾਂ, ਜਿਸ ਬੇਰੀ ਦੇ ਰੁੱਖ ਥੱਲੇ ਬੈਠ ਕੇ ਉਹ ਸੇਵਾ ਕਰਾਉਂਦੇ, ਆਪ ਟੋਕਰੀ ਜਿਹੜੀ ਚੁਕਾਉਂਦੇ, ਨਾਲ ਗੁਰੂ ਗੁਰੂ ਜਪਾਉਂਦੇ ਤੇ ਦਰਬਾਰ ਸਾਹਿਬ ਦੀ ਉਸਾਰੀ ਹੋਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲਿਖਤ ਹੋ ਗਈ ਤੇ ਪਹਿਲੇ ਗ੍ਰੰਥੀ ਦੇ ਤੌਰ ਤੇ ਬਾਬਾ ਬੁੱਢਾ ਸਾਹਿਬ ਜੀ ਹੋਣਾ ਨੇ 98 ਸਾਲ ਦੀ ਆਰਬਲਾ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲੀ ਔਰ ਪਹਿਲਾ ਪ੍ਰਕਾਸ਼ ਉਹਨਾਂ ਨੇ ਕੀਤਾ। ਪਹਿਲੀ ਵਾਰ ਮੁੱਖ ਵਾਕ ਜਿਹੜਾ ਹੈ ਉਹ ਬਾਬਾ ਬੁੱਢਾ ਜੀ ਹੋਣਾ ਦੀ ਰਸਨਾ ਤੋਂ ਲਿਆ ਗਿਆ ਔਰ ਜਿੱਥੇ ਉਹਨਾਂ ਨੇ ਸੇਵਾ ਕੀਤੀ ਉੱਥੇ ਮਹਾਰਾਜ ਨੇ ਇਹ ਵੀ ਉਹਨਾਂ ਨੂੰ ਮਾਣ ਬਖਸ਼ਿਆ। ਮਾਤਾ ਗੰਗਾ ਜੀ ਹੋਣਾ ਨੂੰ ਵੀ ਜੇ ਪੁੱਤਰ ਸੰਤਾਨ ਦੀ ਦਾਤ ਚਾਹੀਦੀ ਤੇ ਕਿਸੇ ਕਮਾਈ ਵਾਲੇ ਪਾਸਿਓਂ ਅਰਦਾਸ ਕਰਾਓ। ਇਹ ਮਹਾਰਾਜ ਮਾਣ ਦਿੰਦੇ ਆਪਣੇ ਪਿਆਰਿਆਂ ਨੂੰ। ਕਰਨ ਕਾਰਨਯੋਗ ਤਾਂ ਗੁਰੂ ਹੈ ਸਭ ਕੁਝ। ਤਾਂ ਉਹਨਾਂ ਨੇ ਜੇ ਕਹਿੰਦੇ ਜੀ ਕਿਹਦੇ ਕੋਲੇ, ਕਹਿੰਦੇ ਉਹ ਬਾਬਾ ਬੁੱਢਾ ਜੀ ਹੋਣਾ ਪਾਸ ਜਾਓ। ਉਦੋਂ ਬੀੜ ਸਾਹਿਬ ਦੀ ਧਰਤੀ ਤੇ ਸਨ ਔਰ ਉਹ ਅੱਸੂ ਦਾ ਮਹੀਨਾ ਜਦੋਂ ਮਾਤਾ ਜੀ ਹੋਣੀ ਚੱਲ ਕੇ ਆਏ, ਅਰਜ਼ੋਈ ਕਰਦੇ ਆ ਸ਼ਬਦ ਕਹਿ ਕਿ ਮਹਾਰਾਜ ਤੇਰੇ ਘਰ ਦੀ ਅਰਦਾਸ ਤੇਰੇ ਚਰਨਾਂ ਪਾਸ। ਔਰ ਇਹ ਸ਼ਬਦ ਕਿਹੋ ਜਿਹਾ ਜੋਧਾ ਪ੍ਰਗਟੇਗਾ, ਜਿਵੇਂ ਅੱਜ ਮੁੱਕੀ ਮਾਰ ਕੇ ਗੰਢਾ ਭੰਨਿਆ, ਇਸ ਤਰ੍ਹਾਂ ਜ਼ਾਲਮਾਂ ਦੇ ਸਿਰ ਭੰਨੇਗਾ। ਤੇ ਰੱਬ ਦੇ ਪਿਆਰੇ ਗੁਰੂ ਤੇ ਮਾਣ ਕਰਕੇ ਬਚਨ ਕਹਿੰਦੇ, ਗੁਰੂ ਸਾਹਿਬ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਤੋਰ ਐਸੇ ਜੋਧੇ ਬ੍ਰਹਮ ਗਿਆਨੀ ਦੇ ਕਹੇ ਹੋਏ ਬੋਲ, ਗਿਰ ਬਸੁਦਾ ਜਲ ਪਵਨ ਜਾਏ ਗੋਏ ਕਸਾਦ ਬਚਨ ਅਟਲਾਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਹਾਦਤ ਲਈ ਚੱਲੇ ਆ ਤਾਂ ਉਹਦੇ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਤੀ ਇਹ ਬਚਨ ਕਿਹਾ ਕਿ ਬਾਬਾ ਬੁੱਢਾ ਜੀ ਹੁਣਾਂ ਦਾ ਕਹਿਆ ਸਾਡਾ ਕਹਿਆ ਜਾਣਨਾ। ਇਹਨੇ ਬਚਨ ਬੀੜ ਸਾਹਿਬ ਸੇਵਾ ਕਰਦੇ ਸਨ, ਦਰਸ਼ਨਾਂ ਲਈ ਆਉਂਦੇ। ਪਹਿਲਾਂ ਤੇ ਆਖਿਆ ਵੀ ਤੁਸੀਂ ਹੁਣ ਪਾਲਕੀ ਸਾਹਿਬ ਵਿੱਚ ਆਇਆ ਕਰੋ। ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਦਿਨ ਭੇਸ ਬਦਲ ਕੇ ਪਾਲਕੀ ਨੂੰ ਮੋਢਾ ਦੇਣ ਲੱਗੇ ਵੀ ਐਡੀ ਮਹਾਨ ਆਤਮਾ ਜਿਹਨੂੰ ਗੁਰੂ ਮਹਾਰਾਜ ਕਹਿੰਦੇ ਮੁੱਢ ਤੇ ਬਾਬਾ ਬੁੱਢਾ ਜੀ ਭਾਵੇਂ ਪੜ੍ਹਦੇ ਸਨ ਪਾਲਕੀ ਸਾਹਿਬ ਨੂੰ, ਕਹਿੰਦੇ ਥੱਲੇ ਰੱਖ ਦਿਓ, ਮੈਂ ਛਾਲ ਮਾਰ ਦੇਣੀ ਨਹੀਂ। ਤੇ ਥੱਲੇ ਰੱਖੀ, ਮਹਾਰਾਜ ਬਾਬਾ ਬੁੱਢਾ ਜੀ ਉਤਰੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਕਿਉਂਕਿ ਜਦੋਂ ਸੁਰਤ ਗੁਰੂ ਚਰਨਾਂ ਵਿੱਚ ਜੁੜੀ ਤੇ ਗੁਰੂ ਆਇਆ ਹੋਵੇ ਤੇ ਸਿੱਖ ਨੂੰ ਪਤਾ ਨਾ ਲੱਗੇ। ਤੇ ਇੱਕ ਬਚਨ ਕੀਤਾ, ਮਹਾਰਾਜ ਪਾਲਕੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਹੋਣ, ਆਪ ਜੀ ਹੋਵੋ ਤੇ ਅਸੀਂ ਸਿੱਖ ਮੋਢਾ ਦਈਏ ਤੇ ਗੱਲ ਬਣਦੀ ਏ, ਪਰ ਮੈਂ ਪਾਲਕੀ 'ਚ ਬੈਠਾ ਤੇ ਗੁਰੂ ਮੋਢਾ ਦੇਵੇ, ਬਾਤ ਨਹੀਂ ਬਣਦੀ, ਰਹਿਮਤ ਕਰੋ।
ਅਖੀਰਲਾ ਸਮਾਂ ਹੁਣ ਬਾਬਾ ਬੁੱਢਾ ਜੀ ਏਡੀਆਂ ਵੱਡੀਆਂ ਸੇਵਾਵਾਂ ਕਰਦਿਆਂ ਰਮਦਾਸ ਦੀ ਧਰਤੀ ਤੇ ਚਲੇ ਗਏ। ਦੁਰਾਡਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਵਚਨ ਕਿਹਾ, ਕਹਿੰਦੇ ਬਾਬਾ ਬੁੱਢਾ ਜੀ ਹੁਣ ਤੁਸੀਂ ਆਉਣ ਦੀ ਖੇਚਲ ਨਾ ਕਰਨੀ, ਸਰੀਰ ਕਿਉਂਕਿ ਬਿਰਧ ਹੈ। ਜਦੋਂ ਵੀ ਤੁਹਾਡੇ ਮਨ ਵਿੱਚ ਵਿਚਾਰ ਆਵੇ ਤੁਸੀਂ ਸੰਕਲਪ ਕਰਿਓ, ਸਾਨੂੰ ਚੇਤੇ ਕਰਿਓ, ਅਸੀਂ ਆਪ ਚੱਲ ਕੇ ਪਹੁੰਚਾਂਗੇ। ਤੋ ਸਮਾਂ ਆਇਆ ਜਦੋਂ ਉਸ ਮਹਾਨ ਆਤਮਾ ਨੇ ਇਸ ਸੰਸਾਰ ਤੋਂ ਚਲਾਣਾ ਕਰਨਾ ਹੈ, ਸਰੀਰ ਕਚੋਲਾ ਤਿਆਗਣਾ ਹੈ, ਕਿਉਂਕਿ ਸਰੀਰ ਕਰਕੇ ਨਾ ਕੋਈ ਅੱਜ ਤੱਕ ਸੰਸਾਰ ਤੇ ਰਿਹਾ, ਨਾ ਕਿਸੇ ਰਹਿਣਾ ਹੈ। ਲੇਕਿਨ ਐਸੇ ਜੀਵਨ ਜਿਹਦੇ ਲਈ ਬਚਨ ਆਖਿਆ ਕਿ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਉਹਨਾਂ ਦੇ ਜਦੋਂ ਅਖੀਰਲਾ ਸਮਾਂ ਆਇਆ ਤਾਂ ਉਹਨਾਂ ਚੇਤੇ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਰਮਦਾਸ ਦੀ ਧਰਤੀ ਤੇ ਪਹੁੰਚੇ, ਨਾਲ ਬਾਬਾ ਬਿਧੀ ਚੰਦ ਜੀ ਹੋਰ ਮਹਾਨ ਗੁਰਸਿੱਖ ਜਦੋਂ ਪਹੁੰਚੇ ਤੇ ਉਹਨਾਂ ਗੁਰਸਿੱਖਾਂ ਨੇ ਮਹਾਰਾਜ ਜਾ ਕੇ ਮਿਲੇ, ਰਾਤ ਰਹਿਣਾ। ਗੁਰਸਿੱਖ ਪੁੱਛਦੇ ਆ ਵੀ ਬਾਬਾ ਬੁੱਢਾ ਜੀ ਤੁਸੀਂ 113 ਸਾਲ ਸਿੱਖੀ ਕਮਾਈ ਹੈ, ਏਡੀਆਂ ਅਸੀਸਾਂ ਗੁਰੂ ਘਰ ਤੋਂ ਜਿੱਦਣ ਵੀ ਰਹਿਮਤਾਂ ਹੀ ਰਹਿਮਤਾਂ ਪ੍ਰਾਪਤ ਕੀਤੀਆਂ, ਕੋਈ ਐਸਾ ਦਿਨ ਨਹੀਂ ਜਿੱਦਣ ਗੁਰੂ ਤੁਹਾਡੇ ਤੋਂ ਨਾਰਾਜ਼ ਹੋਏ ਹੋਣ, ਤੇ ਤੁਹਾਡੇ ਅੰਦਰ ਲਾਲਸਾ ਨਹੀਂ ਆ। ਆਪਣੇ ਹੁੰਦਿਆਂ 5 ਪਾਤਸ਼ਾਹੀਆਂ ਨੂੰ ਗੁਰਤਾ ਗੱਦੀ ਦੀ ਮਰਿਆਦਾ ਨਿਭਾ ਕੇ ਤਖਤ ਤੇ ਬਿਠਾਉਣ ਦੇ ਕਾਰਜਾਂ, ਪਰ ਕਦੀ ਮਨ 'ਚ ਨਹੀਂ ਆਇਆ ਵੀ ਮੈਂ ਵੀ ਤਖਤ ਤੇ ਬੈਠ ਜਾਏ, ਮੈਨੂੰ ਮਿਲਣਾ ਚਾਹੀਦਾ, ਤਾਂ ਖਿਆਲ ਹੀ ਨਹੀਂ ਆਇਆ। ਹਮੇਸ਼ਾ ਸੇਵਾ ਭਾਵ ਵਾਲਾ ਜੀਵਨ, ਇਹ ਦਾਤ ਕਿਵੇਂ ਪ੍ਰਾਪਤ ਕੀਤੀ ਤੁਸੀਂ? ਤੇ ਬਾਬਾ ਬੁੱਢਾ ਜੀ ਨੇ ਇਹ ਨਹੀਂ ਆਖਿਆ ਵੀ ਮੇਰੀ ਕਮਾਈ ਬੜੀ ਸਿਆਹ ਕੁਝ ਹੈ, ਕਹਿੰਦੇ ਭਲਿਓ ਇਹ ਤਾਂ ਗੁਰੂ ਦਾ ਤਰਸ ਹੈ, ਉਸ ਮਾਲਕ ਦਾ ਤਰਸ ਹੈ, ਉਹਨੇ ਬਖਸ਼ਿਸ਼ ਕੀਤੀ, ਮਿਹਰਮਤ ਕੀਤੀ, ਮੈਨੂੰ ਆਪਣੇ ਨਾਲੋਂ ਵਿਛੜਨ ਨਹੀਂ ਦਿੱਤਾ, ਆਪਣੇ ਗਲ ਨਾਲ ਲਾ ਕੇ ਰੱਖਿਆ। ਇਹ ਉਸ ਮਾਲਕ ਦਾ ਤਰਸ ਹੈ। ਹੁਣ ਜਦੋਂ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਨੇ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਜਾਪ ਕੀਤਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲੇ ਆਏ, ਦਰਸ਼ਨ ਕੀਤੇ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਬੜੀ ਵੱਡੀ ਸੇਵਾ ਕੀਤੀ, ਬੜੇ ਵੱਡੇ ਕਾਰਜ ਕੀਤੇ, ਕੁਝ ਮੰਗ ਲਓ, ਮਾਲਕ ਦੇ ਘਰ ਤੋਂ ਜੋ ਮੰਗੋਗੇ ਗੁਰੂ ਨਾਨਕ ਦੇ ਪਿਆਰਿਓ ਹੀ ਮਿਲਣਾ। ਤੇ ਮਹਾਰਾਜ ਦੇ ਬਚਨ ਸੁਣ ਕੇ ਬਾਬਾ ਬੁੱਢਾ ਜੀ ਹੁਣਾਂ ਦੇ 4 ਸਪੁੱਤਰ ਸਨ। ਉਹਨਾਂ ਵਿੱਚੋਂ ਉਹਨਾਂ ਨੇ ਵੱਡੇ ਪੁੱਤਰ ਨੂੰ ਫਿਰ ਆਪਣੀ ਔਲਾਦ ਨੂੰ ਨੇੜੇ ਕਰਦਿਆਂ, ਕਿਉਂਕਿ ਭਾਈ ਭਾਨਾ ਜੀ, ਮਹਿਮਾ ਜੀ, ਸੁਧਾਰੀ ਜੀ ਤੇ ਭਿਖਾਰੀ ਜੀ, ਭਾਈ ਭਾਨਾ ਜੀ ਹੁਣਾਂ ਦੀ ਬਾਂਹ ਮਹਾਰਾਜ ਨੂੰ ਪਕੜਾ ਕੇ ਆਖਿਆ, ਮਹਾਰਾਜ ਇੱਕ ਕਿਰਪਾ ਕਰਿਓ, ਮਿਹਰਮਤ ਕਰਿਓ, ਜਿਸ ਤਰ੍ਹਾਂ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਆ, ਨਹੀਂ ਆਖਿਆ ਮੈਂ ਜੁੜ ਕੇ ਰਿਹਾ, ਜੋੜ ਕੇ ਰੱਖਿਆ ਤੁਸੀਂ, ਰਹਿਮਤ ਕਰਿਓ ਮੇਰੀ ਔਲਾਦ ਨੂੰ ਵੀ ਇਸੇ ਤਰ੍ਹਾਂ ਆਪਣੇ ਦਰ ਨਾਲ ਜੋੜ ਕੇ ਰੱਖਣਾ, ਇਹ ਸੇਵਾਵਾਂ ਦੇਈ ਰੱਖਣੀਆਂ, ਤੇਰੇ ਘਰ ਦੀ ਸੇਵਾ ਕਰਨ। ਮਹਾਰਾਜ ਕਹਿੰਦੇ ਇਹ ਤਾਂ ਦਾਤ ਮਿਲਣੀ ਹੈ ਤੇ ਬਖਸ਼ਿਸ਼ ਹੋਣੀ ਹੈ, ਤਾਂ ਰਹਿਮਤ ਹੋਣੀ ਹੈ, ਪਰ ਕੁਝ ਆਪਣੇ ਵਾਸਤੇ ਮੰਗ ਲਓ। ਤੇ ਜਦੋਂ ਆਪਣੇ ਵਾਸਤੇ ਮੰਗਣ ਦੀ ਗੱਲ ਕਹੀ ਤੇ ਵੇਖੋ 113 ਸਾਲ ਦੀ ਕਮਾਈ, ਤੇ ਉਹਨਾਂ ਮੰਗਿਆ ਪਤਾ ਕੀ, ਹੱਥ ਜੋੜ ਕੇ ਇੱਕ ਬਚਨ ਕਿਹਾ, ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਦਾਤਾ ਜੀ ਤਰੁੱਠਿਓ, ਤੇ ਇੱਕ ਵਾਰ ਆਪਣੀ ਰਸਨਾ ਤੋਂ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ ਲਿਆ। ਤੇ ਜਦੋਂ ਤੁਸੀਂ ਕਹਿ ਦਿਓਗੇ ਨਾ ਜਾ ਬੁੱਢਿਆ ਤੈਨੂੰ ਬਖਸ਼ ਲਿਆ, ਮੈਨੂੰ ਦਰਗਾਹ ਵਿੱਚ ਥਾਂ ਮਿਲ ਜਾਏਗੀ। ਇੰਨੀ ਹਲੀਮੀ, ਇੰਨੀ ਨਿਮਰਤਾ, ਇੰਨੀ ਵੱਡੀ ਕਮਾਈ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਮਾਂ, 5ਵੇਂ ਗੁਰਦੇਵ ਗੁਰਬਾਣੀ ਦਾ ਯੁੱਗ ਵੀ ਵੇਖਿਆ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਕੁਰਬਾਨੀ ਦਾ ਯੁੱਗ ਵੀ ਵੇਖਿਆ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 2 ਤਲਵਾਰਾਂ ਪਹਿਨਾਈਆਂ, ਅਕਾਲ ਤਖਤ ਸਾਹਿਬ ਬੁੱਢਾ ਉਹ ਗੁਰਦਾਸ ਬਣਾਇਓ, ਕਿਸੀ ਰਾਜ ਨੇ ਹੱਥ ਲਗਾਇਓ, ਇਹ ਇਸੇ ਕਾਰਜ ਕਰਨ। ਉਹ ਕਹਿੰਦੇ ਆ ਇੱਕ ਵਾਰ ਕਹਿ ਦਿਓ ਜਾ ਬੁੱਢਿਆ ਤੈਨੂੰ ਬਖਸ਼ ਲਿਆ, ਮੈਨੂੰ ਦਰਗਾਹ ਵਿੱਚ ਥਾਂ ਮਿਲ ਜਾਏਗੀ, ਕਿਉਂਕਿ ਇਹ ਭਰੋਸਾ, ਇਹ ਪ੍ਰਤੀਤ ਤੇ ਭਾਵਨਾ ਹੈ
ਕਿ ਮਾਲਕ ਜਿਹਨੂੰ ਤੂੰ ਬਖਸ਼ ਲਵੇਂ, ਜਿਹੜਾ ਤੇਰੇ ਦਰ ਤੋਂ ਬਖਸ਼ਿਆ ਗਿਆ ਉੱਥੇ ਵੀ ਬਖਸ਼ਿਆ ਗਿਆ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜੀ ਪ੍ਰੀਤ ਕੀਤੀ। ਇੰਨੇ ਬਚਨ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਮਸਤਕ ਰੱਖਿਆ, ਦੁਬਾਰਾ ਚੁੱਕਿਆ ਨਹੀਂ। ਉੱਥੇ ਹੀ ਆਪਣੇ ਸਵਾਸ ਜਿਹੜੇ ਨੇ ਉਹ ਤਿਆਗ ਦਿੱਤੇ। ਜਦੋਂ ਹੁਣ ਉਹ ਸਵਾਸ ਤਿਆਗੇ, ਕੁਝ ਦੇਰ ਤੱਕ ਮਸਤਕ ਨਹੀਂ ਚੁੱਕਿਆ, ਮਹਾਰਾਜ ਜੀ ਨੇ ਆਪ ਜਿਹੜਾ ਮਸਤਕ ਚੁੱਕ ਕੇ ਫਿਰ ਸਰੀਰ ਨੂੰ ਲਟਾਇਆ। ਹੁਣ ਜਦੋਂ ਬਾਬਾ ਬੁੱਢਾ ਸਾਹਿਬ ਜੀ ਹੁਣਾਂ ਦੇ ਮੁਬਾਰਕ ਸਰੀਰ ਨੂੰ ਚਿਖਾ ਤੇ ਰੱਖਣਾ ਹੈ ਅਗਨ ਭੇਂਟ ਕਰਨ ਵਾਸਤੇ, ਤੇ ਸਾਰੇ ਵਿਚਾਰ ਕਰ ਰਹੇ ਸਨ ਵੀ ਮੋਢਾ ਕੌਣ ਕੌਣ ਦੇਵੇਗਾ, ਕਿਉਂਕਿ 4 ਪੁੱਤਰ ਤੇ ਉਹਨਾਂ ਦੇ ਆਪਣੇ ਨੇ। ਲੇਕਿਨ ਉੱਥੇ ਜਿੱਥੇ ਭਾਈ ਭਾਨਾ ਜੀ ਲੱਗੇ ਹੈ, ਬਾਬਾ ਬਿਧੀ ਚੰਦ ਵਰਗੇ ਗੁਰਸਿੱਖ ਹੈ, ਐਸੇ ਗੁਰੂ ਕੇ ਪਿਆਰੇ ਨੇ, ਉੱਥੇ ਇੱਕ ਪਾਸੇ ਮੋਢਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਦਿੱਤਾ ਤੇ ਆਖਿਆ, ਬਾਬਾ ਬੁੱਢਾ ਜੀ, ਤੁਹਾਡੀ ਪਾਲਕੀ ਨੂੰ ਮੋਢਾ ਦੇਣਾ ਚਾਹੁੰਦੇ ਸਾਂ ਪਰ ਤੁਸੀਂ ਦੇਣ ਨਹੀਂ ਦਿੱਤਾ, ਲੇਕਿਨ ਅੱਜ ਮੈਂ ਇਹ ਸੇਵਾ ਜ਼ਰੂਰ ਕਰਾਂਗਾ। ਆਪ ਮੋਢਾ ਦੇ ਕੇ ਚਿਖਾ ਤੱਕ ਲੈ ਕੇ ਗਏ। ਚਿਖਾ ਤੇ ਜਦੋਂ ਸਰੀਰ ਰੱਖਿਆ ਤੇ ਇਤਿਹਾਸ ਦੇ ਬੋਲ ਨੇ, ਚਿਖਾ ਪਰ ਜਬ ਹੀ ਧਰੀ ਸਾਹਿਬ ਬੁੱਢੇ ਦੇ, ਸ੍ਰੀ ਹਰਗੋਬਿੰਦ ਕੇ ਨੈਣ ਤੇ ਚੱਲਿਓ ਨੀਰ ਅਸਨੇ। ਮਹਾਰਾਜ ਜੀ ਦੇ ਨੇਤਰ ਭਰ ਆਏ ਵੀ ਉਹ ਮਹਾਨ ਆਤਮਾ ਜਿਨ੍ਹਾਂ ਦੇ ਬਚਨਾਂ ਨਾਲ ਸਾਡੀ ਆਮਦ, ਏਡੀਆਂ ਵੱਡੀਆਂ ਸੇਵਾਵਾਂ ਤੇ ਏਡੀ ਨਿਮਰਤਾ, ਜਿਨ੍ਹਾਂ ਨੇ ਜਦੋਂ ਵੀ ਕਿਤੇ ਸੰਗਤ ਡੋਲਣ ਲੱਗੀ ਤੇ ਉਹ ਸਿੱਖੀ ਦੇ ਵਿੱਚ ਮੁਕਾਮ ਬਣ ਕੇ, ਜਿਵੇਂ ਸਾਗਰ ਵਿੱਚ ਕੋਈ ਜਹਾਜ਼ ਭਟਕ ਜਾਏ ਦਿਸ਼ਾ ਤੇ ਉਹਨੂੰ ਦਿਸ਼ਾ ਵਿਖਾਉਂਦੇ, ਇਸ ਤਰ੍ਹਾਂ ਉਹਨਾਂ ਨੇ ਦਿਸ਼ਾਵਾਂ ਵਿਖਾਈਆਂ। ਐਡਾ ਵੱਡਾ ਜੀਵਨ ਕਮਾ ਕੇ ਇਸ ਸੰਸਾਰ ਤੋਂ ਸਰੀਰ ਕਰਕੇ, ਕਿਉਂਕਿ ਐਸੇ ਜੀਵਨ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਆਪ ਜਿੱਥੇ ਜੁੜੇ ਔਰ ਉਹਨਾਂ ਦੀ ਸੰਤਾਨ 10ਵੇਂ ਪਾਤਸ਼ਾਹ ਤੱਕ ਅਸੀਂ ਜਦੋਂ ਪੜ੍ਹਾਂਗੇ ਤਾਂ ਉੱਥੇ ਉਹਨਾਂ ਗੁਰੂ ਕੇ ਪਿਆਰਿਆਂ ਨੇ ਗੁਰਤਾ ਗੱਦੀ ਦੀ ਮਰਿਆਦਾ ਜਿਹੜੀ 10ਵੇਂ ਪਾਤਸ਼ਾਹ ਤੱਕ ਬਾਬਾ ਬੁੱਢਾ ਜੀ ਹੁਣਾਂ ਦੇ ਪਰਿਵਾਰ ਨੇ ਹੀ ਨਿਭਾਈ। ਤੋ ਸਤਿਗੁਰੂ ਦਾਤਾ ਰਹਿਮਤ ਕਰੇ, ਅਸੀਂ ਉਹਨਾਂ ਦੇ ਜੀਵਨ ਨੂੰ ਪੜ੍ਹਦਿਆਂ, ਦਰਸ਼ਨ ਕਰਦਿਆਂ ਕੋ ਕਿਨਕਾ ਮਾਤਰ ਜ਼ਿੰਦਗੀ ਵਿੱਚ ਵਸਾ ਸਕੀਏ, ਤਾਂ ਕਿ ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣ ਸਕੀਏ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕੀਆਂ ਕਥਾ ਕਹਾਂ